ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਸਰਲ ਕਥਾ ਵਿਚਾਰ। ਸਤਿਗੁਰੂ ਬਿਲਾਵਲ ਰਾਗ ਦੇ ਅੰਦਰ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਅੰਗ 805 ਤੇ ਅਤੇ 806 ਤੇ ਸਤਿਗੁਰੂ ਕਿਰਪਾ ਕਰ ਰਹੇ ਹਨ। ਆਓ ਮਨ ਬਿਰਤੀਆਂ ਕਾਗਰ ਕਰਕੇ ਆਪਣਾ ਜੀਵਨ ਸਫਲਾ ਕਰੀਏ। ਜੋ ਮਾਂ ਤੇ ਪਿਤਾ ਪਿਓ ਸੁਤ ਪੁੱਤਰ ਬੰਧਪ ਸੰਬੰਧੀ ਤੇ ਭਰਾ ਆਦਿ ਰਿਸ਼ਤੇਦਾਰ ਹਨ, ਸਤਿਗੁਰੂ ਦੱਸ ਰਹੇ ਆ ਕਿ ਇਹਨਾਂ ਸਭਨਾਂ ਦੇ ਥਾਂ ਅੰਤ ਨੂੰ ਪਾਰ ਬ੍ਰਹਮ ਪਰਮੇਸ਼ਰ ਹੀ ਸਹਾਇਕ ਹੁੰਦਾ ਹੈ। ਅਥਵਾ ਖਿਮਾ ਰੂਪੀ ਮਾਂ, ਸੰਤੋਖ ਰੂਪੀ ਪਿਤਾ, ਬ੍ਰਹਮ ਗਿਆਨ ਰੂਪੀ ਪੁੱਤਰ, ਵਿਵੇਕ ਵਿਰਾਗ ਰੂਪੀ ਸੰਬੰਧੀ ਅਤੇ ਸਰਵਣ ਮੰਨਣ ਇਤਿਆਦਿਕ ਭਾਈ ਰੂਪੀ ਪਰਿਵਾਰ ਪਰਮੇਸ਼ਰ ਦੇ ਸਹਾਈ ਹੋਣ ਕਰਕੇ ਹੀ ਮਿਲਿਆ ਹੈ। ਸੂਖ ਸਹਿਜ ਆਨੰਦ ਘੜੇ। ਪੂਰਨ ਗੁਰੂ ਦੀ ਕਿਰਪਾ ਕਰਕੇ ਆਤਮਿਕ ਸੂਖ, ਆਨੰਦ, ਗਿਆਨ, ਸ਼ਾਂਤੀ ਅਤੇ ਘਣੇ ਕਹੀਏ ਬਹੁਤ ਆਨੰਦ ਪ੍ਰਾਪਤ ਹੋਏ ਹਨ। ਗੁਰਪੂਰਾ ਪੂਰੀ ਜਾ ਕੀ ਬਾਣੀ, ਅਨਕ ਗੁਣਾ ਜਾ ਕੇ ਜਾਹੇ ਨ ਗਣੇ ਰਹਾਉ। ਜੋ ਪੂਰਨ ਗੁਰੂ ਹੈ, ਜਿਸ ਦੀ ਉਚਾਰਨ ਕੀਤੀ ਹੋਈ ਧੁਰ ਕੀ ਬਾਣੀ ਵੀ ਪੂਰਨ ਹੈ ਅਤੇ ਜਿਸ ਦੇ ਅਨੇਕਾਂ ਅਨੰਤ ਗੁਣ ਗਿਣੇ ਨਹੀਂ ਜਾ ਸਕਦੇ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਆ, ਸਗਲ ਸਰੰਜਾਮ ਕਰੇ ਪ੍ਰਭ ਆਪੇ, ਭਏ ਮਨੋਰਥ ਸੋ ਪ੍ਰਭ ਜਾਪੇ। ਸਾਰਿਆਂ ਜੀਵਾਂ ਦੀ ਉਤਪਤੀ, ਪਾਲਣਾ, ਕਲਿਆਣ ਆਦਿ ਦੇ ਸਰੰਜਾਮ ਦਾ ਇੰਤਜ਼ਾਮ ਪਰਮੇਸ਼ਰ ਆਪ ਹੀ ਕਰਦਾ। ਉਸ ਪਰਮੇਸ਼ਰ ਦੇ ਨਾਮ ਨੂੰ ਜਪਿਆ ਸਭ ਮਨੋਰਥ ਮਨ ਦੇ ਸੰਕਲਪ ਪੂਰਨ ਹੋ ਜਾਂਦੇ ਆ। ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਿਧਾਤਾ। ਜੋ ਪਰਮੇਸ਼ਰ ਅਰਥ ਧਨ ਪਦਾਰਥ ਵਿਚਾਰ ਦੇਣ ਵਾਲਾ, ਧਰਮ ਦੀ ਰੱਖਿਆ ਕਰਨ ਵਾਲਾ, ਸਭ ਕਾਮਨਾਵਾਂ ਚਾਹਨਾ ਪੂਰੀਆਂ ਕਰਨ ਵਾਲਾ ਅਤੇ ਮੋਖ ਮੁਕਤੀ ਦਾ ਦਾਤਾ ਹੈ, ਉਹ ਵਿਧਾਤਾ ਫਲ ਪ੍ਰਦਾਤਾ ਪ੍ਰਭੂ ਸਿਮਰ ਸਿਮਰ ਯਾਦ ਕਰਕੇ ਗੁਰਮੁਖ ਜਨਾਂ ਦੀ ਘਾਲਣਾ ਕਮਾਈ ਪੂਰੀ ਹੋਈ, ਭਾਵ ਥਾਂ ਪੈ ਗਈ ਹੈ। ਸਾਧ ਸੰਗ ਨਾਨਕ ਰੰਗ ਮਾਣਿਆ, ਘਰ ਆਇਆ ਪੂਰੈ ਗੁਰ ਆਣਿਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸ੍ਰੇਸ਼ਟ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਗੁਰਮੁਖ ਜਨਾਂ ਨੇ ਆਨੰਦ ਮਾਣਨਾ ਕੀਤਾ ਹੈ। ਜਦੋਂ ਪੂਰਨ ਸਤਿਗੁਰਾਂ ਨੇ ਆਣਿਆ ਕਹੀਏ ਲਿਆਂਦਾ ਤਾਂ ਗੁਰਮੁਖਾਂ ਦਾ ਮਨ ਸਰੂਪ ਰੂਪੀ ਘਰ ਵਿੱਚ ਆ ਕੇ ਇਸਤਤ ਹੋ ਗਿਆ ਹੈ। ਬਿਲਾਵਲ ਮਹੱਲਾ ਪੰਜਵਾ। ਸਰਬ ਨਿਦਾਨ ਪੂਰਨ ਗੁਰਦੇਵ ਰਹਾਉ। ਗੁਰਦੇਵ ਪੂਜਨੀਕ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਰਬ ਕਹੀਏ ਸਾਰਿਆਂ ਨਿਦਾਨ ਖਜ਼ਾਨਿਆਂ ਕਰਕੇ ਲਬਾ ਲਬ ਪੂਰਨ ਭਰਿਆ ਹੋਇਆ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰ ਰਹੇ ਆ। ਹਰ ਹਰ ਨਾਮ ਜਪਤ ਨਰ ਜੀਵੇ, ਮਰ ਖੁਆਰ ਸਾਖਤ ਨਰ ਥੀਵੇ। ਜੋ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਦੇ, ਉਹੀ ਗੁਰਮੁਖ ਨਰ ਪੁਰਸ਼ਾਤਮਕ ਜੀਵਨ ਕਰਕੇ ਜਿਉਂਦੇ ਆ ਵਾ ਜੀਵਨ ਮੁਕਤੀ ਦੀ ਪ੍ਰਾਪਤੀ ਵਾਲੇ ਹਨ। ਸਾਖਤ ਕਠੋਰ ਚਿੱਤ ਵਾਲੇ ਪਤਿਤ ਨਰ ਪੁਰਸ਼ ਨਾਮ ਤੋਂ ਹੀਣੇ ਹੋਣ ਕਰਕੇ ਮੌਤ ਦੇ ਮਾਰੇ ਹੋਏ ਮਰ ਕੇ ਨਰਕਾਂ ਵਿੱਚ ਪੈ ਕੇ ਖੁਆਰ ਖਰਾਬ ਹੀ ਹੁੰਦੇ ਆ ਵਾ ਕਾਮਾਂ ਦੇ ਵਿਕਾਰਾਂ ਵਿੱਚ ਲੱਗਣ ਕਰਕੇ ਖਰਾਬ ਹੀ ਹੁੰਦੇ ਰਹਿੰਦੇ ਆ। ਰਾਮ ਨਾਮ ਹੋਆ ਰਖਵਾਰਾ, ਚੱਕ ਮਾਰੋ ਸਾਖਤ ਵੇਚਾਰਾ। ਗੁਰਮੁਖ ਜਨਾਂ ਵਾਸਤੇ ਰਾਮ ਪਰਮੇਸ਼ਰ ਦਾ ਨਾਮ ਹੀ ਹਰ ਥਾਂ ਰਖਵਾਰਾ ਰੱਖਿਆ ਕਰਨ ਵਾਲਾ ਹੋਇਆ। ਕਠੋਰ ਚਿੱਤ ਵਾਲਾ ਵੇਚਾਰਾ ਤੁਸ਼ ਪੁਰਸ਼ ਵਿਅਰਥ ਚੱਕ ਚੱਕਾਂ ਹੀ ਮਾਰਦਾ ਰਹਿੰਦਾ, ਭਾਵ ਬੇਅਰਥ ਹੀ ਬਕਵਾਦ ਕਰਦਾ ਰਹਿੰਦਾ ਹੈ। ਨਿੰਦਾ ਕਰ ਕਰ ਪਚਹਿ ਕਨੇਰੇ, ਮਿਰਤਕ ਫਾਸ ਗਲੈ ਸਿਰ ਪੈਰੇ। ਕਨੇਰੇ ਕਹੀਏ ਅਨੇਕਾਂ ਸਾਖਤ ਪੁਰਖ ਗੁਰਮੁਖ ਜਨਾਂ ਦੀ ਨਿੰਦਾ ਅਪਕੀਰਤੀ ਕਰਕੇ
ਨਰਕਾਂ ਦੀ ਅੱਗ ਵਿੱਚ ਪਚਹਿ ਸੜਦੇ ਰਹਿੰਦੇ, ਵਾ ਵਿਸ਼ਟਾ ਦੇ ਕੀੜੇ ਬਣ ਕੇ ਸੜ ਰਹੇ ਆ। ਮਿਰਤ ਕਹੀਏ ਮੌਤ ਦੀ ਫਾਹੀ ਉਹਨਾਂ ਦੇ ਗਲੇ ਤੋਂ ਲੈ ਕੇ ਸਿਰ ਤੇ ਪੈਰਾਂ ਤੱਕ ਸਾਰੇ ਪੈ ਜਾਂਦੀ, ਵਾ ਮੌਤ ਦੀ ਫਾਹੀ ਪੈਣ ਕਰਕੇ ਉਹ ਨਰਕਾਂ ਵਿੱਚ ਜਾ ਕੇ ਸਿਰ ਤੋਂ ਪੈਰਾਂ ਤੱਕ ਸਭ ਗਲੇ ਗਲ ਜਾਂਦੇ। ਵਾ ਗਲੇ ਵਿੱਚ ਮੌਤ ਦੀ ਫਾਹੀ ਪੈਣ ਵੇਲੇ ਸਿਰ ਪੈਰਾਂ ਵੱਲ ਤੇ ਪੈਰ ਸਿਰ ਵੱਲ ਭਾਵ ਉਲਟਾ ਲਮਕਾਇਆ ਜਾਵੇਗਾ। ਵਾ ਗਲ ਵਿੱਚ ਮੌਤ ਦੀ ਫਾਹੀ ਤੇ ਸਿਰ ਵਿੱਚ ਪੈਰੇ ਚਰਨ ਭਾਵ ਜੁੱਤੀਆਂ ਪੈਣਗੀਆਂ। ਕਹੋ ਨਾਨਕ ਜਪਹਿ ਜਨ ਨਾਮ, ਤਾ ਕੇ ਨਿਕਟ ਨ ਆਵੈ ਜਾਮ। ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਆ ਕਿ ਜਿਹੜੇ ਜਨ ਪੁਰਸ਼ ਪਰਮੇਸ਼ਰ ਦਾ ਨਾਮ ਜਪਦੇ ਆ ਉਹਨਾਂ ਦੇ ਨੇੜੇ ਜਮਦੂਤ ਨਹੀਂ ਆਉਂਦਾ, ਵਾ ਜੰਮਣ ਮਰਨ ਦਾ ਦੁੱਖ ਨੇੜੇ ਨਹੀਂ ਆਉਂਦਾ। ਰਾਗ ਬਿਲਾਵਲ ਮਹੱਲਾ ਪੰਜਵਾ ਘਰ ਚੌਥਾ ਦੁਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਗੱਲ ਉਸ ਵੇਲੇ ਦੀ ਆ ਜਦੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਤਾ ਗੱਦੀ ਉੱਪਰ ਸਭਾਏਮਾਨ ਹੋ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਉਸ ਸਮੇਂ ਇੱਕ ਦਿਨ ਗੁਰਸਿੱਖਾਂ ਨੇ ਸਤਿਗੁਰਾਂ ਪਾਸ ਕੁਛ ਪ੍ਰਸ਼ਨ ਕੀਤੇ। ਉਹਨਾਂ ਪ੍ਰਸ਼ਨਾਂ ਨੂੰ ਸਤਿਗੁਰੂ ਜੀ ਨੇ ਆਪਣੇ ਮੁਖੋਂ ਬਾਣੀ ਰੂਪ ਵਿੱਚ ਉਚਾਰਨ ਕਰਕੇ ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਚੌਥੇ ਘਰ ਸੁਰਤਾਲ ਵਿੱਚ ਦੁਪਦੇ ਕਹੀਏ ਦੋ ਦੋ ਪਦਿਆਂ ਵਾਲੇ ਸ਼ਬਦ ਉਚਾਰਨ ਕਰਦੇ ਆ। ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰੂ ਦੀ ਪ੍ਰਸਾਦ ਕਿਰਪਾ ਕਰਕੇ ਪਾਇਆ ਜਾਂਦਾ। ਪ੍ਰਸ਼ਨ ਸੀ ਜਿਗਿਆਸੂ ਸਿੱਖਾਂ ਵੱਲੋਂ, ਕਵਨ ਸੰਜੋਗ ਮਿਲੋ ਪ੍ਰਭ ਆਪਣੇ। ਹੇ ਸਤਿਗੁਰੂ ਜੀ, ਕਿਹੜੇ ਸੰਜੋਗ ਯਤਨ ਕਰਕੇ ਵਾ ਕਿਹੜੇ ਗੁਣਾ ਮਹਾਂਪੁਰਖਾਂ ਦੇ ਸੰਜੋਗ ਸੰਬੰਧ ਕਰਕੇ ਆਪ ਦੇ ਪ੍ਰਭ ਪਰਮੇਸ਼ਰ ਨੂੰ ਮਿਲਣਾ ਕਰਾਂ। ਅੱਗੇ ਗੁਰੂ ਸਾਹਿਬ ਜੀ ਫਿਰ ਬਾਣੀ ਰਾਹੀਂ ਉੱਤਰ ਦੇ ਰਹੇ ਹੁਣ, ਪਲ ਪਲ ਨਿਮਖ ਸਦਾ ਹਰ ਜਪਨੇ। ਹੇ ਭਾਈ, ਪਲ ਪਲ ਤੇ ਨਿਮਖ ਨਿਮਖ ਕਾਲ ਵਿੱਚ ਹਮੇਸ਼ਾ ਪਰਮੇਸ਼ਰ ਦੇ ਨਾਮ ਨੂੰ ਜਪਣ ਨਾਲ ਹੀ ਹਰੀ ਮਿਲਦਾ ਹੈ। ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਕਵਨ ਸੁਮਤ ਜਿਤ ਪ੍ਰੀਤਮ ਪਾਵੋ ਰਹਾਉ। ਅਨਵੇਂ ਕਰਕੇ ਦੂਸਰੀ ਪੰਕਤੀ ਦਾ ਅਰਥ ਪਹਿਲਾਂ ਕਰਨਾ ਹੈ। ਸਤਿਗੁਰੂ ਜੀ, ਉਹ ਕਵਨ ਕਿਹੜੀ ਸੁਮਤ ਸ੍ਰੇਸ਼ਟ ਸਿੱਖਿਆ ਹੈ ਜਿਸ ਕਰਕੇ ਪ੍ਰੀਤਮ ਪਿਆਰਾ ਪਰਮ ਪ੍ਰੇਮ ਦਾ ਅਸਪਦ ਰੂਪ ਪ੍ਰਭੂ ਪਾਉਣਾ ਕਰਾਂ ਰਹਾਉ। ਹੁਣ ਗੁਰ ਉੱਤਰ ਦਿੰਦੇ ਆ ਪਹਿਲੀ ਪੰਕਤੀ ਰਾਹੀਂ, ਹੇ ਭਾਈ, ਪਰਮੇਸ਼ਰ ਦੇ ਪੂਜਨੀਕ ਚਰਨ ਕਮਲਾਂ ਨੂੰ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਨਿਤਾ ਪ੍ਰਤੀ ਹਿਰਦੇ ਵਿੱਚ ਧਿਆਉਣਾ ਕਰੋ ਅਤੇ ਅਰਦਾਸ ਕਰੀਏ। ਕੀ ਅਰਦਾਸ ਕਰੀਏ? ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰ ਨਾਨਕ ਬਿਸਰ ਨ ਕਾਹੂ ਬੇਰੇ। ਹੇ ਮੇਰੇ ਪ੍ਰਭੂ, ਮੇਰੇ ਉੱਪਰ ਆਪਣੀ ਐਸੀ ਅਜਿਹੀ ਕਿਰਪਾ ਮਿਹਰ ਕਰੋ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਹੇ ਹਰੀ, ਤੂੰ ਸਾਨੂੰ ਕਿਸੇ ਵੇਲੇ ਬਿਸਰ ਭੁੱਲਣਾ ਨਾ ਕਰ। ਬਿਲਾਵਲ ਮਹੱਲਾ ਪੰਜਵਾ। ਚਰਨ ਕਮਲ ਪ੍ਰਭ ਹਿਰਦੈ ਧਿਆਏ, ਰੋਗ ਗਏ ਸਗਲੇ ਸੁਖ ਪਾਏ। ਹੇ ਭਾਈ, ਜਿਸ ਪੁਰਸ਼ ਨੇ ਪਰਮੇਸ਼ਰ ਦੇ ਚਰਨ ਕਮਲ ਆਪਣੇ ਹਿਰਦੇ ਵਿੱਚ ਧਿਆਉਣਾ ਕੀਤੇ, ਅਰਾਧਨਾ ਕੀਤੇ ਆ, ਭਾਵ ਨਾਮ ਸਿਮਰਨ ਦਾ ਚਿੰਤਨ ਕੀਤਾ ਹੈ, ਉਸਦੇ ਸਾਰੇ ਪ੍ਰਤੱਖ ਵਾ ਅਗਿਆਨ ਆਦਿ ਦੇ ਰੋਗ ਦੁੱਖ ਨਿਵਰਤ ਹੋ ਗਏ ਅਤੇ ਉਸਨੇ ਸਾਰੇ ਸੁੱਖ ਪ੍ਰਾਪਤ ਕਰ ਲਏ ਵਾ ਸੁੱਖ ਸਰੂਪ ਨੂੰ ਪਾ ਲਿਆ ਹੈ। ਗੁਰ ਦੁੱਖ ਕਾਟਿਆ ਦੀਨੋ ਦਾਨ, ਸਫਲ ਜਨਮ ਜੀਵਨ ਪਰਵਾਨ ਰਹਾਉ। ਸਤਿਗੁਰੂ ਸਾਹਿਬ ਜੀ ਨੇ ਜਿਸ ਦਾ ਜੰਮਣ ਮਰਨ ਰੂਪੀ ਕਸ਼ਟ ਕੱਢ ਦਿੱਤਾ ਹੈ ਅਤੇ ਨਾਮ ਬ੍ਰਹਮ ਗਿਆਨ ਦਾ ਦਾਨ ਦੇਣਾ ਕੀਤਾ ਹੈ, ਉਸ ਦਾ ਮਨੁੱਖਾ ਜਨਮ ਸਹਿਤ ਗਿਆਨ ਰੂਪੀ ਫਲਦੇ ਹੈ ਅਤੇ ਜ਼ਿੰਦਗੀ ਵੀ ਪ੍ਰਵਾਨ ਨੀਕ ਹੈ ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰ ਰਹੇ ਆ। ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ, ਕਹੋ ਨਾਨਕ ਜਪ ਜੀਵੇ ਗਿਆਨੀ। ਪ੍ਰਭ ਪਰਮੇਸ਼ਰ ਦੀ ਜੋ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਸਤਿਨਾਮ ਰੂਪੀ ਬਾਣੀ ਹੈ ਅਤੇ ਅਕਥ ਕਥਨ ਤੋਂ ਰਹਿਤ ਕਥਾ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਸ ਕਥਾ ਬਾਣੀ ਨੂੰ ਜਪ ਕਰਕੇ ਹੀ ਗਿਆਨੀ ਗਿਆਨਵਾਨ ਗੁਰਸਿੱਖ ਆਤਮਿਕ ਜੀਵਨ ਵੱਲ ਜਿਉਂਦੇ ਆ। ਬਿਲਾਵਲ ਮਹੱਲਾ ਪੰਜਵਾ। ਜਿਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਤਾਪ ਆਦਿ ਤੋਂ ਰੱਖਿਆ ਹੋਈ ਸੀ, ਉਸ ਵੇਲੇ ਜੋ ਸਤਿਗੁਰਾਂ ਨੇ
ਖੁਸ਼ੀ ਵਿੱਚ ਸ਼ਬਦ ਉਚਾਰਨ ਕੀਤੇ। ਉਹਨਾਂ ਵਿੱਚੋਂ ਇਹ ਵੀ ਇੱਕ ਸ਼ਬਦ ਉਸ ਸਮੇਂ ਉਚਾਰਨ ਕੀਤਾ ਹੈ, ਸਾਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ। ਸੋ ਇੱਥੇ ਨੋਟ ਕਰਨ ਵਾਲੀ ਗੱਲ ਹੈ, ਵੈਸੇ ਤਾਂ ਕਿਸੇ ਦੀ ਕੁੜਮਾਈ ਜਾਂ ਮੰਗਣੇ ਆਦਿ ਖੁਸ਼ੀ ਦੇ ਮੌਕੇ ਵੀ ਰਾਗੀ ਸਿੰਘ ਇਹ ਸ਼ਬਦ ਗਾਇਨ ਕਰ ਲੈਂਦੇ ਆ। ਪਾਤਸ਼ਾਹ ਫਰਮਾਉਂਦੇ, ਸਾਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ। ਪੂਜਨੀਕ ਸਤਿਗੁਰੂ ਪੂਰਨ ਸਤਿਗੁਰੂ ਜੀ ਨੇ ਸਭ ਤਾਪ ਆਦਿ ਮੇਟ ਕੇ ਬਾਲ ਹਰ ਗੋਬਿੰਦ ਦੇ ਸਰੀਰ ਵਿੱਚ ਵਾ ਜਿਗਿਆਸੂ ਜਨਾਂ ਦੀਆਂ ਸਭ ਵਾਸ਼ਨਾਵਾਂ ਮੇਟ ਕੇ ਤਨ ਮਨ ਵਿੱਚ ਆਤਮਿਕ ਸ਼ਾਂਤੀ ਪਾਉਣਾ ਕੀਤੀ ਹੈ। ਸਾਰੇ ਰਾਜ ਭਾਗ ਬ੍ਰਹਮ ਗਿਆਨ ਦੇ ਸੁਖ ਆਨੰਦ ਪ੍ਰਗਟ ਹੋ ਆਏ ਅਤੇ ਅਨਹਦ ਇੱਕ ਰਸ ਹੱਦ ਤੋਂ ਰਹਿਤ ਸਤਿਨਾਮ ਰੂਪੀ ਵਾਜੇ ਵੱਜ ਆਏ ਆ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆ। ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲਵਿਕ ਸਭ ਨਾਸੇ। ਆਦਿ ਵਿਆਧੀ ਉਪਾਧੀ ਰੂਪੀ ਤਿੰਨੇ ਤਾਪ ਅਨੰਤ ਜਨਮਾਂ ਦੇ ਗੁਨਾਹ ਅਤੇ ਪਦਾਰਥਾਂ ਦੀ ਅਪ੍ਰਾਪਤੀ ਕਰਕੇ ਭਲੀ ਪ੍ਰਕਾਰ ਲੱਗਣ ਵਾਲੇ ਸੰਤਾਪ ਤਾਪ ਬਿਨਸੇ ਨਾਸ਼ ਹੋ ਗਏ। ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਸਾਰੇ ਬੱਜਰ ਕਿਲਵਿਕ ਕਿਲ ਨਿਸ਼ਚੇ ਕਰਕੇ ਵਿਖ ਵੇਹੋ ਵਰਗੇ ਵੱਡੇ ਪਾਪ ਵੀ ਨਾਸ਼ ਹੋ ਗਏ। ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰ ਨਾਨਕ ਮੇਰੀ ਪੈਜ ਸਵਾਰੀ। ਪਾਤਸ਼ਾਹ ਫਰਮਾਉਂਦੇ ਆ, ਇਹ ਜਿਗਿਆਸੂ ਰੂਪੀ ਸਖੀਓ, ਤੁਸੀਂ ਮਹਾਤਮਾ ਰੂਪੀ ਵਾ ਭਗਤੀ ਰੂਪੀ ਸੋਹਣੀਆਂ ਨਾਰੀ ਇਸਤਰੀਆਂ ਨਾਲ ਮਿਲ ਕਰਕੇ ਪਰਮੇਸ਼ਰ ਦਾ ਨਾਮ ਜਪਣ ਜਪਾਉਣ ਰੂਪ ਆਨੰਦ ਮਾਨਣਾ ਕਰੋ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਵੱਡੇ ਸਤਿਗੁਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਡੀ ਸਾਰੀ ਪੈਜ ਇੱਜ਼ਤ ਸੰਵਾਰ ਲਈ ਹੈ। ਵਾ ਭਾਉ ਭਗਤੀ ਬਾਣੀ ਰਚਨ ਸਿੱਖਾਂ ਨੂੰ ਬ੍ਰਹਮ ਗਿਆਨ ਵਿੱਚ ਇਸਤਿਤ ਕਰਨ ਰੂਪ ਸਾਰੀ ਪੈਜ ਪ੍ਰਤਿਗਿਆ ਸੰਵਾਰ ਦਿੱਤੀ ਹੈ। ਬਿਲਾਵਲ ਮਹੱਲਾ ਪੰਜਵਾ। ਮਮਤਾ ਮੋਹ ਧਰੋਹ ਮਦ ਮਾਤਾ, ਬੰਧਨ ਬਾਧਿਆ ਅਤ ਬਿਕਰਾਲ। ਹੇ ਭਾਈ, ਇਹ ਜੀਵ ਪਦਾਰਥਾਂ ਦੀ ਮਮਤਾ ਮੇਰ ਸੰਬੰਧੀਆਂ ਦੇ ਮੋਹ ਸਨੇਹ ਧਰੋਹ ਛਲ ਫਰੇਬ ਹੰਕਾਰ ਦੇ ਮਦ ਨਸ਼ੇ ਵਿੱਚ ਮਸਤ ਹੋਇਆ ਕਰਤਾ ਭੋਗਤਾ ਦੇ ਬੰਧਨ ਜੰਜਾਲਾਂ ਵਿੱਚ ਬੱਝਾ ਹੋਇਆ ਅਤੇ ਅੰਤ ਹੀ ਬਿਕਰਾਲ ਭਿਆਨਕ ਰੂਪ ਹੋ ਰਿਹਾ। ਦਿਨ ਦਿਨ ਛਿਜਤ ਬਿਕਾਰ ਕਰਤ ਔਦ, ਫਾਹੀ ਫਾਥਾ ਜਮ ਕਹਿ ਜਾਲ। ਇਸ ਦੀ ਔਦ ਉਮਰ ਕਾਮ ਆਦਿਕ ਵਿਕਾਰ ਵਿਕਾਰਾਂ ਨੂੰ ਚੇਤੇ ਕਰਦਿਆਂ ਦਿਨ ਦਿਨ ਕਰਕੇ ਵਿਅਰਥ ਛਿਜਤ ਨਾਸ਼ ਹੁੰਦੀ ਜਾ ਰਹੀ। ਮੋਹ ਵਿਸ਼ਿਆਂ ਰੂਪੀ ਫਾਹੀ ਫਾਂਸੀ ਵਿੱਚ ਫਸਿਆ ਹੋਇਆ ਅੰਤ ਨੂੰ ਜਮਦੂਤਾਂ ਦੇ ਜਾਲ ਬੰਧਨਾਂ ਵਿੱਚ ਫਸ ਜਾਂਦਾ। ਤੇਰੀ ਸਰਣ ਪ੍ਰਭ ਦੀਨ ਦਇਆਲਾ। ਹੇ ਦੀਨਾਂ ਉੱਤੇ ਦਇਆਲਤਾ ਕਰਨ ਵਾਲੇ ਪ੍ਰਭੂ ਪਰਮੇਸ਼ਰ, ਮੈਂ ਤੇਰੀ ਸਰਣ ਓਟ ਵਿੱਚ ਆਇਆ ਹਾਂ। ਮਹਾ ਬਿਖਮ ਸਾਗਰ ਅਤ ਭਾਰੀ, ਉਧਰ ਰਹੋ ਸਾਧੂ ਸੰਗ ਰਵਾਲਾ ਰਹਾਉ। ਅਤੇ ਅੰਤ ਹੀ ਭਾਰੀ ਸੰਸਾਰ ਰੂਪੀ ਸਾਗਰ ਸਮੁੰਦਰ ਬਹੁਤ ਬਿਖਮ ਕਠਿਨਤਾਈ ਨਾਲ ਪਾਰ ਹੋਣ ਵਾਲਾ। ਹੇ ਪ੍ਰਭੂ, ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੀ ਰਵਾਲਾ ਚਰਨ ਧੂੜੀ ਦੇ ਕੇ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਕਰਨਾ ਕਰੋ ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆ। ਪ੍ਰਭ ਸੁਖ ਦਾਤੇ ਸਮਰੱਥ ਸੁਆਮੀ, ਜੀਉ ਪਿੰਡ ਸਭ ਤੁਮਰਾ ਮਾਲ। ਹੇ ਸੁਆਮੀ ਮਾਲਕ ਪਰਮੇਸ਼ਰ, ਤੂੰ ਸੁੱਖਾਂ ਦੀ ਦਾਤ ਦੇਣ ਵਾਲਾ ਸਮਰੱਥ ਸਰਬ ਸ਼ਕਤੀਵਾਨ ਹੈ। ਮੇਰਾ ਜੀਉ ਹਿਰਦਾ ਤੇ ਪਿੰਡ ਸਰੀਰ ਸਾਰਾ ਤੇਰਾ ਹੀ ਮਾਲ ਧਨ ਖਜ਼ਾਨਾ ਪੂੰਜੀ ਹੈ। ਭ੍ਰਮ ਕੇ ਬੰਧਨ ਕਾਟੋ ਪਰਮੇਸ਼ਰ, ਨਾਨਕ ਕੇ ਪ੍ਰਭ ਸਦਾ ਕਿਰਪਾਲ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਾਡੇ ਜਨਾਂ ਦੇ ਹੇ ਪ੍ਰਭੂ ਵਾਹਿਗੁਰੂ, ਤੁਸੀਂ ਹਮੇਸ਼ਾ ਕਿਰਪਾ ਦੇ ਘਰ ਹੋ। ਹੇ ਪਰਮੇਸ਼ਰ ਪ੍ਰਭੂ, ਆਪਣੇ ਦਾਸਾਂ ਦੇ ਭਰਮ ਆਦਿ ਦੇ ਸਾਰੇ ਬੰਧਨ ਜੰਜਾਲ ਕੱਟ ਦੇਣਾ ਕਰੋ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।